संयुक्त मोर्चे 'ਚ शामिल कुछ किसान जथेबंदियां, एक ने तो ऐलान ही करता, चड़ूनी वाली ने तो होरनां दी भी कुछ चर्चा चल रही है। जे वो इस राह तुर पैंदे आ, ये उन्हां दी आप दी सोच है, तुर सकते हैं। हो सकता उन्हां दी सोच सही साबित हो जाए भी असीं देखो वोटां राहीं सत्ता हासिल करके किसानां दे मसले हल करते। उदों बाकी सारे कारपोरेट घराणिਆਂ ਦੇ ਕਾਰੋਬਾਰ ਤਾਂ ਇਸ ਕਰਕੇ ਛੱਡਤੇ ਵੀ ਹੁਣ ਕੇਂਦਰ ਸਰਕਾਰ ਨਾਲ ਫੈਸਲਾ ਹੋਊਗਾ, ਗਾਂ ਦੇਖਾਂਗੇ ਉਹ ਲਾਗੂ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ। ਪਰ ਟੋਲ ਪਲਾਜ਼ਿਆਂ ਵਾਲਿਆਂ ਨੇ ਰੇਟ ਵਧਾਤੇ, ਇਸ ਕਰਕੇ ਟੋਲ ਪਲਾਜ਼ਿਆਂ ਦੇ ਘਰਾਓ ਜਾਰੀ ਰੱਖਣ ਦਾ ਫੈਸਲਾ ਹੋਇਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸੰਤੋਖ ਸਿੰਘ ਪੰਨੂ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਸਾਨ ਸੰਘਰਸ਼ ਦੀ, ਕਿਉਂਕਿ ਬੜੀ ਵੱਡੀ ਜਿੱਤ ਕਿਸਾਨ ਸੰਘਰਸ਼ ਨੇ ਪ੍ਰਾਪਤ ਕੀਤੀ ਆ। ਤੇ ਪਰ ਅੱਗੇ ਦੀਆਂ ਕੀ ਰਾਜਨੀਤੀ ਹੋਏਗੀ, ਕੀ ਗਤੀਵਿਧੀਆਂ ਹੋਣਗੀਆਂ ਵੱਖ-ਵੱਖ ਕਿਸਾਨ ਜਥੇਬੰਦੀ ਦੀਆਂ, ਕਿਉਂਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਵਾ ਉਹਦੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ, ਅੱਗੇ ਬਾਰੇ ਵਿਚਾਰਾਂ ਹੋ ਰਹੀਆਂ ਨੇ। ਤੇ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਜਨਰਲ ਸਕੱਤਰ ਸਰਦਾਰ ਸੁਖਦੇਵ ਸਿੰਘ ਕੋਕਰੀ ਕਲਾਂ ਸਾਡੇ ਨਾਲ ਹਾਜ਼ਰ ਨੇ ਤੇ ਆਓ ਆਪਾਂ ਸਾਰੀ ਜਾਣਕਾਰੀ ਉਹਨਾਂ ਕੋਲੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੋਕਰੀ ਸਾਹਿਬ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਆ ਵੀ ਬੜਾ ਵੱਡਾ ਜਿਹੜਾ ਸੰਘਰਸ਼ ਸੀਗਾ ਜਿੱਤ ਲਿਆ, ਇੱਕ ਮੋਰਚਾ ਫਤਿਹ ਹੋ ਗਿਆ, ਤੇ ਅਗਲੀ ਰਣਨੀਤੀ ਕਿਹੋ ਜਿਹੀ ਆ? ਦੇਖੋ, ਪਹਿਲੀ ਗੱਲ ਤਾਂ ਮੋਰਚਾ ਜਿਹੜਾ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਲਾ, ਇਹ ਆਪਦੇ ਆਪ 'ਚ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਹੈ। ਜਿਸ ਕਿਸਮ ਦੀ ਸਰਕਾਰ ਦੇ ਨਾਲ ਤੇ ਉਹਦੇ ਪਿੱਠ 'ਤੇ ਖੜੀਆਂ ਦੁਨੀਆ ਭਰ ਦੀਆਂ ਸਾਮਰਾਜੀ ਕੰਪਨੀਆਂ ਦੇ ਨਾਲ, WTO ਦੇ ਨਾਲ, ਵਰਲਡ ਬੈਂਕ ਦੇ ਨਾਲ ਟੱਕਰ ਸੀ ਭਾਰਤ ਦੇ ਕਿਸਾਨਾਂ ਦੀ, ਕਿਉਂਕਿ ਆਖਰੀ ਹੱਲਾ ਸੀ ਇਹ ਉਹਨਾਂ ਦਾ। WTO ਦੀਆਂ ਨੀਤੀਆਂ ਲਾਗੂ ਕਰਕੇ ਖੇਤੀ ਦਾ ਸਾਰਾ ਕਿੱਤਾ ਕਾਰਪੋਰੇਟਾਂ ਦੀ ਮੁੱਠੀ ਦੇ ਵਿੱਚ ਦੇਣਾ, ਪੈਦਾਵਾਰ ਵੀ ਤੇ ਖਰੀਦੋ ਫਰੋਖਤ ਵੀ, ਤਾਂ ਕਿ ਲੋਕ, ਕਿਸਾਨ ਵੀ, ਆਮ ਲੋਕ ਵੀ ਉਹਨਾਂ ਦੇ ਹੱਥਾਂ ਵੱਲੀ ਝਾਕਣ ਵੀ ਹੁਣ ਇਹ ਰੋਟੀ ਕੀ ਭਾਅ ਦਿੰਦੇ ਆ, ਅੰਨ ਕੀ ਭਾਅ ਦਿੰਦੇ ਆ, ਦਾਲਾਂ ਕੀ ਭਾਅ ਦਿੰਦੇ ਆ। ਇਸ ਕਰਕੇ ਇਹ ਬਹੁਤ ਵੱਡੀ ਲੜਾਈ ਸੀ। ਤੇ ਜਿਸ ਸਿਦਕ ਤੇ ਸਿਰੜ ਦੇ ਨਾਲ ਇੰਨੀਆਂ ਕੁਰਬਾਨੀਆਂ ਦੇ ਕੇ 700 ਤੋਂ ਉੱਤੇ ਸ਼ਹੀਦੀਆਂ ਪਾ ਕੇ ਤੇ ਹੋਰ ਅਨੇਕਾਂ ਦੁੱਖ ਕਸ਼ਟ ਝੱਲ ਕੇ ਇਹ ਜਿੱਤ ਹਾਸਲ ਕੀਤੀ, ਆਪਦੇ ਆਪ 'ਚ ਇਹ ਲਾਮਿਸਾਲ ਇਤਿਹਾਸਕ ਜਿੱਤ ਹੈ, ਜਿਹਨੇ ਇੱਕ ਨਵਾਂ ਰਾਹ ਖੋਲ੍ਹਤਾ ਕਿ ਮੁਕੰਮਲ ਮੁਕਤੀ ਹੈ ਜਿਹੜੀ ਲੁੱਟ ਖਸੁੱਟ ਤੋਂ, ਉਹ ਇਸ ਰਾਹ ਚੱਲ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ। ਏਕਤਾ ਤੇ ਸੰਘਰਸ਼, ਇਕਜੁੱਟਤਾ ਸਾਰੇ ਧਰਮਾਂ ਦੇ, ਕਿਰਤੀਆਂ ਦੀ, ਕਿਸਾਨਾਂ ਦੀ ਤੇ ਸਾਰੀਆਂ ਜਾਤਾਂ ਦੇ, ਸਾਰੇ ਸੂਬਿਆਂ ਦੇ, ਇੱਥੋਂ ਤੱਕ ਕਿ ਆਉਣ ਵਾਲੇ ਸਮੇਂ 'ਚ ਸੰਕੇਤ ਦਿੰਦਾ ਇਹ ਘੋਲ ਵੀ ਸਾਰੀ ਦੁਨੀਆ 'ਚ ਵੀ ਇਹੋ ਜਿਹੇ ਘੋਲ ਚੱਲ ਸਕਦੇ ਆ। ਸਾਰੇ ਦੇਸ਼ਾਂ ਦੇ ਕਿਰਤੀ ਲੁੱਟ ਦੀ ਮਾਰ ਥੱਲੇ ਆਏ ਹੋਏ ਆ, ਉਹਨਾਂ ਦੇ ਸਾਂਝੇ ਘੋਲ ਵੀ ਪੂਰੀ ਦੁਨੀਆ 'ਚ ਵੀ ਚੱਲ ਸਕਦੇ ਆ, ਜਿਹਦੇ ਨਾਲ ਇਹ WTO ਦੀ ਤੇ ਸਾਮਰਾਜੀ ਕਾਰਪੋਰੇਟਾਂ ਦੀ ਲੁੱਟ ਦਾ ਖਾਤਮਾ ਹੋਣਾ। ਇਸ ਪਾਸੇ ਨੂੰ ਇੱਕ ਵੱਡਾ ਰਾਹ ਖੋਲ੍ਹਣ ਵਾਲੀ ਜਿੱਤ ਹੈ ਇਹ। ਬਿਲਕੁਲ ਜੀ, ਆਪਾਂ ਨੂੰ ਕਈ ਵਾਰ ਇਹ ਲੱਗਦਾ ਹੁੰਦਾ ਕਿ ਸ਼ਾਇਦ ਅੰਬਾਨੀ ਅਡਾਨੀ ਨੇ, ਇਹਨਾਂ ਤੋਂ ਵੀ ਵੱਡੇ ਵੱਡੇ ਬੰਦੇ ਦੁਨੀਆ ਦੇ ਵਿੱਚ ਪਏ ਨੇ, ਤੇ ਜਿਹੜਾ ਇਹ ਮੋਰਚਾ ਸੀ ਵਾਕਈ ਉਹਨਾਂ ਵੱਲ ਵੀ ਸਿੱਧ ਸੀਗਾ। ਬਹੁਤ ਸਾਰੇ ਦੇਸ਼ਾਂ 'ਚ ਸਾਡੇ ਵੀਰ ਜਾ ਕੇ ਖੇਤਾਂ 'ਚ ਕੰਮ ਕਰਦੇ ਨੇ, ਕਹਿੰਦੇ ਹੁੰਦੇ ਜੀ ਫਾਰਮਾਂ 'ਚ ਅਸੀਂ ਕੰਮ ਕਰਦੇ ਹਾਂ, ਬੜੇ ਵੱਡੇ ਫਾਰਮ ਨੇ, ਵੱਡੇ ਟਰੈਕਟਰ ਨੇ, ਤੇ ਇਹੀ ਚੀਜ਼ ਇੱਥੇ ਕਰਨੇ ਚਾਹੁੰਦੇ ਸੀ। ਉਹਨਾਂ ਦੇਸ਼ਾਂ ਦੇ ਕਿਸਾਨਾਂ ਕੋਲੋਂ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਨੇ ਜ਼ਮੀਨਾਂ ਖੋਲ੍ਹੀਆਂ ਨੇ, ਤੇ ਉਹਨਾਂ ਘਰਾਂ 'ਚ, ਉਹਨਾਂ ਦੇਸ਼ਾਂ ਦੇ ਵਿੱਚ ਚੁੱਲ੍ਹੇ ਨਹੀਂ ਤਪਦੇ। ਜੋ ਮਰਜ਼ੀ ਆਪਾਂ ਬਾਜ਼ਾਰਾਂ 'ਚੋਂ ਲੈ ਕੇ ਜਿਵੇਂ ਖਾਂਦੇ ਹਾਂ, ਬਰਗਰ ਖਾ ਲਿਆ, ਦੂਜਾ ਪੀਜ਼ਾ ਖਾ ਲਿਆ, ਇਹੋ ਜਿਹਾ ਚੀਜ਼ਾਂ ਖਾ ਕੇ ਗੁਜ਼ਾਰਾ ਕਰਦੇ ਨੇ। ਤੇ ਜਦੋਂ ਪ੍ਰੋਡਕਸ਼ਨ ਹੀ ਆਪਣੇ ਹੱਥ ਦੇ ਵਿੱਚ ਨਾ ਰਹੀ ਤੇ ਫਿਰ ਆਪਾਂ ਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਦਿੰਦੇ ਨੇ, ਇਹ ਆਪਾਂ ਸੋਚ ਸਕਦੇ ਹਾਂ। ਤੇ ਵਾਕਈ ਹੀ ਜਿਹੜਾ ਇਹ ਅੰਦੋਲਨ ਸੀਗਾ ਦੁਨੀਆ ਭਰ ਦੇ ਕਿਸਾਨਾਂ ਵਾਸਤੇ, ਮਿਹਨਤਕਸ਼ਾਂ ਦੇ ਵਾਸਤੇ ਜਿਹੜਾ ਇੱਕ ਰਾਹ ਦਸੇਰਾ ਬਣ ਸਕਦਾ, ਤੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਅਜਿਹੇ ਜਿਹੜੇ ਸੰਘਰਸ਼ ਨੇ ਉਹ ਛਿੜ ਸਕਦੇ ਨੇ। ਤੇ ਮੇਰੇ ਕੋਕਰੀ ਸਾਹਿਬ ਜੀ, ਅਗਲੀ ਰਣਨੀਤੀ ਕੀ ਆ ਹੁਣ? ਅਗਲੀ ਰਣਨੀਤੀ, ਇੱਕ ਤਾਂ ਇਸ ਕਾਲੇ ਕਾਨੂੰਨ ਬੇਸ਼ੱਕ ਰਾਸ਼ਟਰਪਤੀ ਦੇ ਦਸਤਖਤ ਕੇ ਉਹ ਰੱਦ ਕਰਨ ਦਾ ਅਮਲ ਤਾਂ ਸਿਰੇ ਲੱਗ ਗਿਆ, ਪਰ ਜਿਹੜੀਆਂ ਇਸ ਅੰਦੋਲਨ ਨਾਲ ਜੁੜਵੀਆਂ, ਇਸ ਅੰਦੋਲਨ ਦੀਆਂ ਮੰਗਾਂ 'ਚ ਸ਼ਾਮਲ, ਮੁੱਖ ਮੰਗਾਂ 'ਚ
MSP ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ, ਬਿਜਲੀ ਬਿੱਲ 2020 ਉਹ ਰੱਦ ਕਰਨਾ, ਪਰਾਲੀ ਵਾਲਾ ਕਾਨੂੰਨ ਰੱਦ ਕਰਨਾ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨੀ। ਇਸ ਘੋਲ ਦੇ ਦੌਰਾਨ ਬਣਾਏ ਹੋਏ ਅੰਦੋਲਨਕਾਰੀ ਕਿਸਾਨਾਂ ਤੇ ਸਾਰੇ ਦੇ ਸਾਰੇ ਕੇਸ ਵਾਪਸ ਲੈਣੇ। ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਸਾਜ਼ਿਸ਼ ਰਚ ਕੇ ਕਿਸਾਨਾਂ ਨੂੰ ਗੱਡੀਆਂ ਥੱਲੇ ਮਿੱਧ ਕੇ ਸ਼ਹੀਦ ਕੀਤਾ ਹੈ, ਉਹ ਉੱਥੋਂ ਦੇ ਮੰਤਰੀ ਅਜੇ ਮਿਸ਼ਰਾ ਟੈਣੀ, ਉਹਦਾ ਬੇਟਾ ਤੇ ਹੋਰ ਜਿਹੜੇ ਉੱਥੇ ਅਨੇਕਾਂ ਉਸ ਗੈਂਗ ਦੇ ਵਿੱਚ, ਉਸ ਗਰੋਹ ਦੇ ਵਿੱਚ ਜਿਨ੍ਹਾਂ ਨੇ ਸਾਜ਼ਿਸ਼ ਰਚ ਕੇ ਹਮਲਾ ਕੀਤਾ, ਜਿਹਦੀ ਪੁਸ਼ਟੀ ਹੁਣ ਉੱਥੋਂ ਦੀ ਵਿਸ਼ੇਸ਼ ਜਾਂਚ ਟੀਮ ਨੇ, ਯੂਪੀ ਦੀ ਟੀਮ ਨੇ ਵੀ ਪੁਸ਼ਟੀ ਕਰਤੀ ਵੀ ਇਹ ਗਿਣੀ ਮਿਥੀ ਸਾਜ਼ਿਸ਼ ਸੀ। ਉਹਨਾਂ ਨੂੰ ਸਜ਼ਾ ਦਿਵਾਉਣੀ, ਅਜੇ ਮਿਸ਼ਰਾ ਟੈਣੀ ਨੂੰ ਅੰਦਰ ਕਰਾਉਣਾ, ਸਾਰੇ ਉਹ ਕਾਤਲਾਂ ਨੂੰ ਅੰਦਰ ਕਰਾਉਣਾ ਤੇ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਉਹ ਦਿਵਾਉਣੀ। ਇਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਉਹ ਅਜੇ ਖੜੀਆਂ। ਇਸੇ ਤਰ੍ਹਾਂ ਸ਼ਹੀਦਾਂ ਦੇ ਵਾਰਸਾਂ ਨੂੰ 5-5 ਲੱਖ ਦਾ ਮੁਆਵਜ਼ਾ, ਇੱਕ ਜੀ ਨੂੰ ਸਰਕਾਰੀ ਨੌਕਰੀ, ਸਾਰੇ ਕਰਜ਼ੇ ਖਤਮ ਕਰਨ ਦੀ ਮੰਗ ਹੈ ਜਿਹੜੀ, ਇਹ ਮੰਗਾਂ ਭਾਵੇਂ ਲਿਖਤੀ ਦੇਤੀਆਂ ਉਹਨਾਂ ਨੇ ਵੀ ਅਸੀਂ ਪੂਰੀਆਂ ਕਰਾਂਗੇ। ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਸਾਡਾ ਤਜਰਬਾ ਪਿਛਲਾ ਦੱਸਦਾ ਹੈ, ਹੁਣ ਤੱਕ ਜਿੰਨੇ ਘੋਲ ਲੜੇ ਆ ਤੇ ਜਿੱਤੇ ਆ, ਹਰੇਕ 'ਚ ਲਾਗੂ ਕਰਾਉਣ ਵਾਸਤੇ ਵੱਖਰਾ ਸੰਘਰਸ਼ ਕਰਨਾ ਪੈਂਦਾ ਹੈ, ਕਿਉਂਕਿ ਸਰਕਾਰਾਂ ਦਾ ਇਹ ਵਤੀਰਾ ਲਗਾਤਾਰ ਇਹਨਾਂ ਸਾਰੀਆਂ ਲੁਟੇਰੀਆਂ ਸਰਕਾਰਾਂ ਦਾ ਵੀ ਕੇਰਾਂ ਢਾਲ ਦਿਓ, ਇਹਨਾਂ ਦੀ ਗੱਲ ਕਹਿ ਦਿਓ, ਤੁਹਾਡੀ ਗੱਲ ਮੰਨ ਲਈ, ਲਾਗੂ ਆਪਾਂ ਹੀ ਕਰਨੀ ਹੈ। ਉਹ ਲਾਗੂ ਨਹੀਂ ਕਰਦੇ। ਇੱਕ ਤਾਂ ਉਹ, ਇੱਕ ਜਿਹੜਾ ਪੰਜਾਬ ਸਰਕਾਰ ਹੈ, ਇਹਦੇ ਵਿਰੁੱਧ ਜਿਹੜੇ ਪਿਛਲੇ ਚੋਣਾਂ ਵੇਲੇ ਵਾਅਦੇ ਕੀਤੇ ਸੀਗੇ, ਕਰਜ਼ਿਆਂ ਦਾ ਮੁਕੰਮਲ ਖਾਤਮਾ, ਨਸ਼ਿਆਂ ਦਾ ਮੁਕੰਮਲ ਖਾਤਮਾ, ਉਸ ਤੋਂ ਬਾਅਦ 'ਚ ਮੰਗਾਂ ਮੰਨੀਆਂ, ਕੁਛ ਐਲਾਨ ਕੀਤੇ ਇਹਨਾਂ ਨੇ, ਕੁਛ ਅਸੀਂ ਜੱਦੋਜਹਿਦਾਂ ਕਰਕੇ ਮਨਾਈਆਂ। ਜਿਵੇਂ ਨਰਮੇ ਦੇ ਮੁਆਵਜ਼ੇ ਵਾਲੀ ਮੰਗ ਹੈ, ਜਿਹੜਾ ਗੁਲਾਬੀ ਸੁੰਡੀ ਨਾਲ ਬੁਰੀ ਤਰ੍ਹਾਂ ਤਬਾਹ ਹੋਇਆ ਐਤਕੀ, ਜਾਂ ਗੜੇਮਾਰੀ ਨਾਲ ਝੋਨਾ ਤੇ ਹੋਰ ਫਸਲਾਂ ਤਬਾਹ ਹੋਈਆਂ। ਉਹ ਪੱਕਾ ਮੋਰਚਾ ਲਾ ਕੇ ਪਹਿਲਾਂ ਵਿੱਤ ਮੰਤਰੀ ਦੇ ਬਾਰ ਮੂਹਰੇ 15 ਦਿਨ, ਫਿਰ ਮਿੰਨੀ ਸਕੱਤਰ ਇੱਦਾਂ ਮੁਕੰਮਲ ਘਰਾਓ ਕਰਕੇ 5 ਦਿਨ, ਫਿਰ ਜਦੋਂ ਭਾਜਪਾ ਦੇ ਆਗੂਆਂ ਵਾਂਗੂ ਪਿੰਡਾਂ 'ਚ ਵੜਨ ਨੂੰ ਰੋਕਤਾ, ਚੰਨੀ ਸਣੇ ਕੋਈ ਵੀ ਨਹੀਂ ਵੜਨ ਦਿੱਤਾ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਮੀਟਿੰਗ ਨਹੀਂ ਕਰਨ ਦਿੱਤੀ, ਫਿਰ ਉਹ ਮੰਗ ਮੰਨੀ ਆ ਵੀ 17,000 ਰੁਪਈਆ ਪ੍ਰਤੀ ਏਕੜ ਮੁਆਵਜ਼ਾ ਤੇ ਨਾਲ ਹੀ ਉਹਦਾ ਜਿਹੜਾ 10% ਬਣੂਗਾ ਵੱਖਰੇ ਤੌਰ 'ਤੇ ਉਹ ਖੇਤ ਮਜ਼ਦੂਰਾਂ ਨੂੰ, ਪਰ ਉਹ ਲਾਗੂ ਨਹੀਂ ਕੀਤੀ ਅਜੇ ਤੱਕ, ਕਿਸੇ ਨੂੰ ਨਹੀਂ ਦਿੱਤਾ। ਇਸੇ ਤਰ੍ਹਾਂ ਹੋਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹ ਵੀ ਲਾਗੂ ਕਰਾਉਣ ਦੀ ਗੱਲ ਹੈ ਉਹਨਾਂ ਦੀ ਖਾਤਰ। ਤੇ ਜਿਹੜੇ ਚੋਣ ਵਾਅਦੇ ਕੀਤੇ ਸੀ, ਕਰਜ਼ਿਆਂ ਦਾ ਖਾਤਮਾ ਤੇ ਨਸ਼ਿਆਂ ਦਾ ਖਾਤਮਾ, ਉਹ ਵਾਅਦੇ ਲਾਗੂ ਕਰਾਉਣ ਦੀ ਖਾਤਰ, ਜਾਂ ਜਿਹੜੇ ਹੋਰ ਫੌਰੀ ਭਖਦੇ ਮਸਲੇ ਆ, ਮਿਸਾਲ ਵਜੋਂ ਇਸ ਵੇਲੇ ਪੰਜਾਬ ਦਾ ਕੋਈ ਵੀ ਕਿਰਤੀ ਵਰਗ ਇਹੋ ਜਿਹਾ ਨਹੀਂ ਜਿਹੜਾ ਸੰਤੁਸ਼ਟ ਹੋ ਕੇ ਸਰਕਾਰ ਤੋਂ ਬੈਠਾ ਹੋਵੇ ਆਰਾਮ ਨਾਲ ਆਪਦੀ ਜੌਬ, ਚਾਹੇ ਮੁਲਾਜ਼ਮ ਹੈ, ਚਾਹੇ ਉਹ ਕਿਸਾਨ ਆ, ਚਾਹੇ ਉਹ ਖੇਤ ਮਜ਼ਦੂਰ ਆ, ਚਾਹੇ ਉਹ ਠੇਕਾ ਕੰਮ ਹੈ, ਚਾਹੇ ਉਹ ਕਰੋਨਾ ਦੇ ਜੁਝਾਰੂ ਆ, ਨਰਸਾਂ, ਚਾਹੇ ਕੋਈ ਵੀ A to Z ਨੇਤਰਹੀਣ ਵੀ, ਸਾਰੇ ਦੇ ਸਾਰੇ ਤਬਕੇ ਸੰਘਰਸ਼ ਦੇ ਮੈਦਾਨ 'ਚ ਹੈ। ਉਹਨਾਂ ਨੂੰ ਬਾਰ-ਬਾਰ ਕਿਸੇ ਦੀ ਮੰਨ ਲਈ, ਕਿਸੇ ਦੀ ਅੱਧੀ ਮੰਨ ਲਈ, ਕਿਸੇ ਨੂੰ ਬਹਾਨਾ ਲਾਤਾ, ਟਾਲ ਮਟੋਲ ਕੀਤੀ ਜਾ ਰਹੀ ਹੈ। ਤੇ ਟਾਲ ਮਟੋਲ ਤੋਂ ਗਾਂਹ ਵੱਧ ਕੇ ਹੁਣ ਕੁੱਟਣਾ ਸ਼ੁਰੂ ਕਰਤਾ। ਮਾਨਸਾ ਦੇ ਵਿੱਚ ਬੇਰੁਜ਼ਗਾਰ ਟੀਚਰਾਂ ਨੂੰ ਜਿੰਨਾ ਬੁਰੀ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਦੇ ਸਿਕਿਉਰਿਟੀ ਸਟਾਫ ਦੇ DSP ਨੇ, ਸ਼ਰੇਆਮ ਵੀਡੀਓ ਵਾਇਰਲ ਹੋਈ ਹੈ, ਇੰਨੀ ਬੁਰੀ ਤਰ੍ਹਾਂ ਕੁੱਟਿਆ ਡਾਂਗਾਂ ਦੇ ਨਾਲ ਉੱਥੇ ਬੇਰੁਜ਼ਗਾਰ ਜਿਹੜੇ ਐ ਪਾਸੇ ਨੂੰ ਭੱਜੇ ਜਾ ਰਹੇ ਸੀ ਉਹਨਾਂ ਦੇ ਮਗਰ ਰਿਹਾ ਹੈਗਾ। ਜਾਣੀ ਕੁੱਟ ਕੇ ਜ਼ਬਰ ਰਾਹੀਂ ਦਬਾਉਣ ਦੀ ਨੀਤੀ ਹੈ ਜਿਹੜੀ, ਇਹਦੇ ਬਾਰੇ ਵੀ ਮੰਗ ਰੱਖੀ ਹੈ, ਜਿਨ੍ਹਾਂ ਦੀ ਖਾਤਰ ਸਾਡੀ ਜਥੇਬੰਦੀ ਨੇ ਕੱਲ੍ਹ ਤੋਂ 20 ਦਸੰਬਰ ਤੋਂ 5 ਦਿਨਾਂ ਲਈ 24 ਦਸੰਬਰ ਤੱਕ ਦਿਨ ਰਾਤ ਪੱਕੇ ਮੋਰਚੇ ਇਹਨਾਂ ਮੰਗਾਂ ਨੂੰ ਲੈ ਕੇ ਚੰਨੀ ਸਰਕਾਰ ਦੇ ਵਿਰੁੱਧ DC ਦਫ਼ਤਰਾਂ ਮੂਹਰੇ ਲਾਉਣ ਦਾ ਐਲਾਨ ਕਰਤਾ। ਕੱਲ੍ਹ ਤੋਂ ਸ਼ੁਰੂ ਹੋ, ਜਿੱਥੋਂ ਤੱਕ ਉਹ ਕੇਂਦਰੀ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹਨੇ ਲਿਖ ਕੇ ਦਿੱਤੀਆਂ ਉਹ ਲਾਗੂ ਕਰਾਉਣ ਦਾ ਤਾਲੁਕ ਹੈ, ਉਹ ਅਜੇ 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਜਿਹਦੇ ਅਗਵਾਈ ਥੱਲੇ ਉਹ ਘੋਲ ਜਿੱਤਿਆ ਗਿਆ, ਉਹਦੀ ਮੀਟਿੰਗ 15 ਜਨਵਰੀ ਨੂੰ ਰੱਖੀ ਹੋਈ ਹੈ। ਉਹਨਾਂ ਨੂੰ ਲਾਗੂ ਕਰਾਉਣ ਬਾਰੇ ਉਦੋਂ ਐਲਾਨ ਹੋਊਗਾ।
ਤੇ ਸੁਖਦੇਵ ਸਿੰਘ ਜੀ, ਇੱਕ ਬਹੁਤ ਵੱਡੀ ਇਸ ਵੇਲੇ ਮੰਗ ਉੱਠ ਰਹੀ ਆ। ਆਮ ਲੋਕ ਵੀ ਚਾਹੁੰਦੇ ਨੇ ਕਿ ਕਿਸਾਨ ਜਿਹੜੇ ਆ ਸਿੱਧੀ ਰਾਜਨੀਤੀ ਦੇ ਵਿੱਚ ਆਉਣ, ਕਿਉਂਕਿ ਪੰਜਾਬ ਦੇ ਵਿੱਚ ਛੇਤੀ ਜਿਹੜੀਆਂ ਇਲੈਕਸ਼ਨਾਂ ਹੋਣ ਵਾਲੀਆਂ ਵਾ। ਤੇ ਤੁਹਾਡੀ ਜਥੇਬੰਦੀ ਦਾ ਉਸ ਪ੍ਰਤੀ ਕੀ ਨਜ਼ਰੀਆ ਵਾ, ਕੀ ਵਿਚਾਰ ਆ ਕਿ ਕਿਸਾਨਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਸਿੱਧਾ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ? ਦੇਖੋ, ਸਾਡੀ ਜਥੇਬੰਦੀ ਦਾ ਇੱਕ ਬਕਾਇਦਾ ਲਿਖਤੀ ਸੰਵਿਧਾਨ ਹੈ ਜੀ। ਉਹਦੇ ਵਿੱਚ ਜਿਹੜੀ ਨੀਤੀ ਦਰਜ ਹੈ, ਉਸ ਨੀਤੀ ਦੇ ਸਿਰ ਤੇ ਅਸੀਂ ਪਿਛਲੇ ਸਮੇਂ 'ਚ ਜਦੋਂ ਤੋਂ ਜਥੇਬੰਦੀ ਹੋਂਦ 'ਚ ਆਈ ਹੈ, ਅਨੇਕਾਂ ਘੋਲ ਸਾਂਝੇ ਤੌਰ ਤੇ ਵੀ, ਇਕੱਲੀ ਜਥੇਬੰਦੀ ਨੇ ਵੀ ਅੰਤਮ ਜਿੱਤ ਤੱਕ ਲੜੇ ਆ। ਚੋਣਾਂ ਦੇ ਦੌਰ ਵਿੱਚ ਵੀ ਲੜੇ ਆ, ਵੋਟਾਂ ਦੇ ਦੌਰ ਵਿੱਚ ਵੀ ਲੜੇ ਆ, ਜਾਂ ਉਦੋਂ ਦਬਾਅ ਪਾ ਕੇ ਲਾਗੂ ਕਰਾਈਆਂ। ਉਹ ਇਸ ਨੀਤੀ ਦੇ ਸਿਰ ਤੇ ਕਰਾਈਆਂ ਬਈ ਸਾਡੀ ਜਥੇਬੰਦੀ ਕਿਸੇ ਵੀ ਸਿਆਸੀ ਪਾਰਟੀ ਦੀ ਨਾ ਹਮਾਇਤ ਕਰੂਗੀ, ਨਾ ਆਪ ਸਿਆਸੀ ਪਾਰਟੀ ਵਜੋਂ ਵੋਟਾਂ ਮੰਗੂਗੀ, ਕਿਉਂਕਿ ਜਨਤਕ ਜਥੇਬੰਦੀ ਹੈ। ਇਹਦੇ 'ਚ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾਉਣ ਵਾਲੇ ਸਾਰੇ ਵਿਚਾਰਾਂ ਦੇ ਕਿਸਾਨ, ਉਹਨਾਂ ਦੀਆਂ ਮੰਗਾਂ ਸਾਂਝੀਆਂ, ਸਾਰੇ ਕਿਸਾਨਾਂ ਦੀਆਂ, ਸਾਰੇ ਖੇਤ ਮਜ਼ਦੂਰਾਂ ਦੀਆਂ, ਸਾਰੇ ਧਰਮਾਂ ਦੇ ਕਿਸਾਨਾਂ ਦੀਆਂ, ਸਾਰੇ ਜਾਤਾਂ ਦੇ ਕਿਸਾਨਾਂ ਦੀਆਂ। ਇਸ ਕਰਕੇ ਅਸੀਂ ਇਸ ਏਕਤਾ ਨੂੰ, ਇਸ ਇਕਜੁੱਟਤਾ ਨੂੰ ਖੰਡਾਉਣਾ ਨਹੀਂ ਚਾਹੁੰਦੇ ਬਈ ਜੇ ਕੋਈ ਅਕਾਲੀਆਂ ਦਾ ਸਮਰਥਕ ਆ ਜਾਂ ਕਾਂਗਰਸ ਦਾ ਜਾਂ ਆਪ ਦਾ ਜਾਂ ਛਾਪ ਦਾ ਕੋਈ ਵੀ ਹੋਵੇ, ਵੀ ਉਹ ਫਿਰ ਐਂ ਸੋਚਣ ਲੱਗੇ ਜੀ ਵੀ ਇਹ ਜਥੇਬੰਦੀ ਤਾਂ ਫਲਾਨਿਆਂ ਦੀ ਬਣ ਗਈ, ਇਹ ਹੁਣ ਸਾਡੀ ਨਹੀਂ ਰਹੀ। ਇਹ ਜਿਹੜਾ ਖੰਡਾਅ ਆਉਂਦਾ ਹੈ। ਦੂਜੀ ਗੱਲ ਬੁਨਿਆਦੀ ਜਿਹੜੀ ਵੀ ਇਹ ਕਿੱਤਾ ਜਥੇਬੰਦੀ ਹੈ, ਇੱਕ ਕਿੱਤੇ ਦੀ ਰਾਖੀ ਵਾਸਤੇ ਹੈ, ਕਿਸਾਨੀ ਕਿੱਤੇ ਦੀ ਰਾਖੀ ਵਾਸਤੇ, ਚਾਹੇ ਉਹ ਬੇਜ਼ਮੀਨੇ ਕਿਸਾਨ ਹੈ, ਚਾਹੇ ਉਹ ਜ਼ਮੀਨਾਂ ਦੇ ਮਾਲਕ ਕਿਸਾਨ ਹੈ, ਉਹਨਾਂ ਦੇ ਕਿੱਤੇ ਦੀ ਰਾਖੀ ਵਾਸਤੇ ਹੈ। ਤੇ ਉਸ ਕਿੱਤੇ 'ਚ ਜਿੰਨੇ ਵੀ ਧਰਮਾਂ ਦੇ, ਜਿੰਨੀਆਂ ਵੀ ਜਾਤਾਂ ਦੇ, ਜਿੰਨੇ ਵੀ ਸਿਆਸੀ ਵਿਚਾਰਾਂ ਦੇ ਕਿਸਾਨ ਹੈ, ਉਹਨਾਂ ਸਾਰਿਆਂ ਦੀ ਇਕਜੁੱਟਤਾ ਲਾਜ਼ਮੀ ਹੈ ਜੇ ਜਿੱਤ ਹਾਸਲ ਕਰਨੀ ਹੈ, ਜੇ ਅੰਤਮ ਜਿੱਤ ਤੱਕ ਪਹੁੰਚਣਾ ਹੈ। ਨਹੀਂ ਤਾਂ ਆਪਸ ਵਿੱਚ ਹੀ ਖਿੰਡ ਕੇ ਪਾਟ ਕੇ ਉਹ ਤਾਕਤ ਖਿੰਡ ਜਾਂਦੀ ਹੈ, ਉਹਦਾ ਕੁਛ ਨਹੀਂ ਵੱਟੀਦਾ। ਇਸ ਕਰਕੇ ਹੁਣ ਵੀ ਸਾਡੀ ਜਥੇਬੰਦੀ ਦਾ ਦ੍ਰਿੜ ਸਟੈਂਡ ਆ, ਦ੍ਰਿੜ ਨੀਤੀ ਹੈ ਬਈ ਅਸੀਂ ਆਪ ਪਾਰਟੀ ਦੇ ਤੌਰ ਤੇ ਜਾਂ ਕਿਸੇ ਨਾਲ ਰਲ ਕੇ ਪਾਰਟੀ ਦੇ ਤੌਰ ਤੇ ਕਿਸੇ ਕਿਸਾਨ ਨੂੰ ਨਹੀਂ ਕਹਾਂਗੇ ਵੀ ਇਹਨੂੰ ਵੋਟ ਪਾਓ, ਬਾਈਕਾਟ ਵੀ ਨਹੀਂ ਕਰਾਂਗੇ। ਹਾਂ, ਇਹ ਜ਼ਰੂਰ ਸੱਦਾ ਦੇਵਾਂਗੇ ਬਈ ਤੁਸੀਂ ਕਿਸਾਨ ਭਰਾਵੋ ਤੇ ਭੈਣੋ ਤੇ ਨੌਜਵਾਨੋ, ਤੁਸੀਂ ਇਹਨਾਂ ਪਾਰਟੀਆਂ ਦੇ ਇਕੱਠਾਂ 'ਚ ਜਾ ਕੇ ਆਪਦੀ ਏਕਤਾ ਨੂੰ ਨਾ ਖੰਡਾਓ, ਆਪਦੀ ਇਕਜੁੱਟਤਾ ਨੂੰ ਨਾ ਖੰਡਾਓ। ਜੇ ਇਹਨਾਂ ਦੇ ਅੱਡ ਅੱਡ ਇਕੱਠਾਂ 'ਚ ਜਾਓਗੇ ਤਾਂ ਤੁਹਾਡੀ ਏਕਤਾ ਖਿੰਡੂਗੀ। ਰਾਜ ਕਰਨ ਵਾਲੀ ਪਾਰਟੀ ਵੀ ਤੇ ਸਾਰੀਆਂ ਕੱਛਾਂ ਵਜਾਉਣਗੀਆਂ ਵੀ ਅਸੀਂ ਪਾੜ ਤੇ ਕਿਸਾਨ, ਜਿਹੜੇ ਇਸ ਘੋਲ ਨੇ ਇਕਜੁੱਟ ਕੀਤੇ ਆ ਸਾਰੇ ਵਿਚਾਰਾਂ ਦੇ ਕਿਸਾਨ। ਇਹ ਇਕਜੁੱਟਤਾ ਉਵੇਂ ਦੀ ਉਵੇਂ ਕਾਇਮ ਰੱਖੋ, ਏਕਤਾ ਉਵੇਂ ਦੀ ਉਵੇਂ ਕਾਇਮ ਰੱਖੋ, ਤਾਂ ਕਿ ਉਹ ਜਿਹੜੀਆਂ ਲਿਖਤੀ ਮੰਗਾਂ ਮੰਨੀਆਂ ਉਹ ਵੀ ਲਾਗੂ ਕਰਾ ਲਈਏ। ਅਤੇ ਇੱਥੋਂ ਵਾਲੀ ਸਰਕਾਰ ਦੇ ਵਿਰੁੱਧ ਵੀ ਜੇ ਮੰਨ ਲਓ ਊਂ ਤਾਂ ਚਰਚਾ ਜਿਹੋ ਜਿਹੀ ਚੱਲ ਰਹੀ ਹੈ, ਸੰਯੁਕਤ ਮੋਰਚੇ 'ਚ ਸ਼ਾਮਲ ਕੁਝ ਕਿਸਾਨ ਜਥੇਬੰਦੀਆਂ, ਇੱਕ ਨੇ ਤਾਂ ਐਲਾਨ ਹੀ ਕਰਤਾ, ਚੜੂਨੀ ਵਾਲੀ ਨੇ ਤਾਂ, ਹੋਰਨਾਂ ਦੀ ਵੀ ਕੁਛ ਚਰਚਾ ਚੱਲ ਰਹੀ ਹੈ। ਜੇ ਉਹ ਇਸ ਰਾਹ ਤੁਰ ਪੈਂਦੇ ਆ, ਇਹ ਉਹਨਾਂ ਦੀ ਆਪਦੀ ਸੋਚ ਹੈ, ਤੁਰ ਸਕਦੇ ਆ। ਹੋ ਸਕਦਾ ਉਹਨਾਂ ਦੀ ਸੋਚ ਸਹੀ ਸਾਬਤ ਹੋ ਜੇ ਵੀ ਅਸੀਂ ਦੇਖੋ ਵੋਟਾਂ ਰਾਹੀਂ ਸੱਤਾ ਹਾਸਲ ਕਰਕੇ ਕਿਸਾਨਾਂ ਦੇ ਮਸਲੇ ਹੱਲ ਕਰਤੇ। ਪਰ ਸਾਡਾ ਪਿਛਲੇ 70 ਸਾਲਾਂ ਦਾ ਤਜਰਬਾ ਹੈ ਜਿਹੜਾ ਇਸ ਸਿਸਟਮ ਦਾ, ਅਤੇ ਪਿਛਲੇ 20-22 ਸਾਲਾਂ ਦਾ ਤਜਰਬਾ ਜਿਹੜਾ ਘੋਲਾਂ ਦਾ, ਉਹ ਇਹ ਸਾਬਤ ਕਰਦਾ ਵੀ ਇਕਜੁੱਟਤਾ ਤੋਂ ਬਿਨਾਂ, ਸੰਘਰਸ਼ ਤੋਂ ਬਿਨਾਂ ਮਸਲੇ ਹੱਲ ਨਹੀਂ ਹੁੰਦੇ। ਕਿਉਂਕਿ WTO ਦੀਆਂ ਨੀਤੀਆਂ ਤੇ ਸਾਰੀਆਂ ਹੀ ਵੋਟ ਪਾਰਟੀਆਂ ਇੱਕ ਮੱਤ ਹੈ, ਕੋਈ ਨਹੀਂ ਬੋਲਦੀ ਉਹਦੇ ਖਿਲਾਫ, WTO ਦੀਆਂ ਨੀਤੀਆਂ ਦੇ ਖਿਲਾਫ। ਜਿਨ੍ਹਾਂ ਨੇ ਸਾਰਿਆਂ ਦਾ ਕੂੰਡਾ ਕੀਤਾ, ਸਾਰਿਆਂ ਨੂੰ ਖੁੰਗਲ ਕੀਤਾ, ਚਾਹੇ ਉਹ ਮੁਲਾਜ਼ਮ ਹੈ, ਰੈਗੂਲਰ ਮੁਲਾਜ਼ਮ ਹੈ, ਚਾਹੇ ਉਹ ਠੇਕਾ ਮੁਲਾਜ਼ਮ ਹੈ, ਚਾਹੇ ਉਹ ਕੋਈ ਵੀ ਕਿਸੇ ਕਿਸਮ ਦੇ ਕਿਰਤੀ ਹੈ, ਖੇਤ ਮਜ਼ਦੂਰ ਹੈ, ਛੋਟੇ ਦੁਕਾਨਦਾਰ ਹੈ, ਛੋਟੇ ਵਪਾਰੀ ਹੈ, ਆਹ ਸ਼ਾਪਿੰਗ ਮਾਲਾਂ ਨੇ ਉਹ ਰਗੜੇ ਪਏ ਆ। ਇਸ ਕਰਕੇ ਉਹ ਸਾਰੇ ਦੇ ਸਾਰੇ ਜਿਹੜੇ ਰਗੜੇ ਪਏ ਆ, ਉਹਨਾਂ ਦੀ ਲੁੱਟ ਤੇਜ਼ ਹੋਈ ਹੈ। ਉਹਦੇ ਵਿਰੁੱਧ ਲੋੜ ਤਾਂ ਇਹ ਹੈ ਵੀ ਕਿਸਾਨਾਂ ਤੋਂ ਗਾਂਹ ਤੁਰ ਕੇ ਸਾਰਿਆਂ ਦਾ ਸਾਂਝਾ ਮੋਰਚਾ, ਜਿਹੜੀ ਸਾਡੀ ਨੀਤੀ 'ਚ ਵੀ ਲਿਖਿਆ ਹੈ ਜਥੇਬੰਦੀ ਦੇ, ਵੀ ਜਿੰਨੇ ਵੀ ਕਿਰਤੀ ਲੋਕ ਹੈ, ਕਿਸੇ ਵੀ ਵਰਗ ਦੇ ਹੋਣ, ਉਹ ਉਹਨਾਂ ਦੀਆਂ ਕਿੱਤਾ ਜਥੇਬੰਦੀਆਂ ਇਕਜੁੱਟ ਹੋ ਕੇ ਸਾਂਝਾ ਮੰਚ ਬਣਾ ਕੇ
ਪੂਰੇ ਦੇਸ਼ ਪੱਧਰ ਤੇ ਇੱਕ ਵੱਡਾ ਅੰਦੋਲਨ ਵਿੱਢਣ, ਫਿਰ ਇਹ ਮੋੜਾ ਪੈਣਾ WTO ਦੀਆਂ ਜਥੇਬੰਦੀਆਂ ਨੂੰ, ਫਿਰ ਇਹ ਮੁੱਢੋਂ ਰੱਦ ਹੋਣੀਆਂ। ਜਿਹੜੀ ਵੀ ਸਰਕਾਰ ਆਊਗੀ ਉਹਦੇ ਗਲ 'ਚ ਇਹ ਅੰਦੋਲਨ ਦਾ ਫਾਹਾ ਪਾ ਕੇ ਮਨਾਈਆਂ ਜਾਣੀਆਂ ਇਹ ਮੰਗਾਂ, ਇਦੋਂ ਬਿਨਾਂ ਨਹੀਂ ਸੂਤ ਆਉਣਾ। ਬਿਲਕੁਲ ਜੀ, ਸੰਘਰਸ਼ਾਂ ਤੋਂ ਬਗੈਰ ਕੋਈ ਵੀ ਮਸਲਾ ਜਿਹੜਾ ਹੱਲ ਹੋਣ ਵਾਲਾ ਨਹੀਂ ਹੁੰਦਾ। ਤੇ ਸੁਖਦੇਵ ਸਿੰਘ ਜੀ, ਇੱਕ ਹੋਰ ਬਹੁਤ ਜਿਹੜਾ ਵੱਡਾ ਮਸਲਾ ਵਾ ਪੰਜਾਬ ਦਾ, ਟੋਲ ਪਲਾਜ਼ਿਆਂ ਦਾ, ਕਿਉਂਕਿ ਕਈਆਂ ਥਾਵਾਂ ਤੋਂ ਟੋਲ ਪਲਾਜ਼ਾ ਤੋਂ ਧਰਨੇ ਚੁੱਕ ਲੈ ਗਏ ਨੇ, ਕਈਆਂ ਥਾਵਾਂ 'ਤੇ ਹਜੇ ਲੱਗੇ ਨੇ। ਤੇ ਦੂਜੇ ਪਾਸੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਆਵਾਜ਼ ਉੱਠ ਰਹੀ ਆ ਕਿ ਕਿਉਂ ਨਾ ਸਾਰੇ ਜਿਹੜੇ ਟੋਲ ਪਲਾਜ਼ੇ ਆ ਸਰਕਾਰ ਬੰਦ ਕਰੇ ਤੇ ਪੰਜਾਬ ਦੀ ਧਰਤੀ ਜਿਹੜੀ ਟੋਲ ਪਲਾਜ਼ਿਆਂ ਤੋਂ ਮੁਕਤ ਜਿਹੜੀ ਕਰਾਰ ਦਿੱਤੀ ਜਾਵੇ, ਇਹ ਪਰਮਾਨੈਂਟ ਹੀ ਬੰਦ ਹੋ ਜਾਣ। ਇਸ ਪ੍ਰਤੀ ਹੁਣ ਜਥੇਬੰਦੀ ਕੀ ਨੀਤੀ ਅਪਣਾ ਰਹੀ ਹੈ? ਦੇਖੋ, ਜਿੱਥੋਂ ਤੱਕ ਤਾਂ ਟੋਲ ਪਲਾਜ਼ੇ ਬੰਦ ਕਰਨ ਦਾ ਤਾਲਕ ਹੈ ਤੇ ਉਹਨਾਂ 'ਚੋਂ ਕਈ ਚੱਲ ਪਏ ਜਾਂ ਬਹੁਤ ਸਾਰੇ ਬੰਦ ਹੈ। ਇਹ ਟੋਲ ਪਲਾਜ਼ੇ ਉਦੋਂ ਬੰਦ ਕੀਤੇ ਸੀ ਜਦੋਂ ਇਹ ਅੰਦੋਲਨ ਪੰਜਾਬ 'ਚ ਸ਼ੁਰੂ ਹੋਇਆ ਸੀ। ਇਸ ਗੱਲ ਨੂੰ ਮੁੱਖ ਰੱਖ ਕੇ ਬੰਦ ਕੀਤੇ ਸੀ। ਹਾਲਾਂਕਿ 1 ਅਕਤੂਬਰ ਤੋਂ ਤਾਂ ਸਾਡੀ ਜਥੇਬੰਦੀ ਨੇ ਬੰਦ ਕੀਤੇ ਸੀਗੇ ਇਹ ਜਿੰਨੇ ਵੀ ਕਾਰਪੋਰੇਟਾਂ ਦੇ ਕਾਰੋਬਾਰ ਆ। ਬਾਅਦ 'ਚ ਦੂਜੀਆਂ ਜਥੇਬੰਦੀਆਂ ਵੀ ਨਾਲ ਰਲ ਗਈਆਂ ਸੀ। ਉਂਝ ਰੇਲ ਰੋਕੋ ਅੰਦੋਲਨ ਤੇ ਭਾਜਪਾ ਦੇ ਆਗੂਆਂ ਦੇ ਘਰਾਓ ਤੇ ਪੰਚਾਇਤਾਂ ਤੋਂ ਮਤੇ ਇਹ ਸਾਂਝਾ ਫੈਸਲਾ ਸੀ। ਪਰ ਅਸੀਂ ਇਹ ਸੋਚ ਕੇ ਜਿਹਦੇ ਤੇ ਸਾਰੀਆਂ ਜਥੇਬੰਦੀਆਂ ਫਿਰ ਇੱਕਮਤ ਹੋ ਗਈਆਂ ਬਈ ਅਸਲ ਨਿਸ਼ਾਨਾ ਤਾਂ ਇਸ ਅੰਦੋਲਨ ਦਾ ਕਾਰਪੋਰੇਟ ਬਣਦੇ ਆ ਜਿਨ੍ਹਾਂ ਦਾ ਚੌਕੀਦਾਰ ਬਣਿਆ ਹੋਇਆ ਮੋਦੀ, ਉਹਦੀ ਪਾਰਟੀ ਬਣੀ ਹੋਈ ਹੈ। ਜਿਹੜਾ ਕਹਿੰਦਾ ਸੀ ਮੈਂ ਤਾਂ ਚੌਕੀਦਾਰ ਹਾਂ, ਉਹਨਾਂ ਦਾ ਚੌਕੀਦਾਰ ਆ ਉਹ। ਵੀ ਇਹਨਾਂ ਨੂੰ ਨਿਸ਼ਾਨਾ ਬਣਾਓ, ਦਬਾਅ ਬਣੂਗਾ ਉਹਦੇ 'ਤੇ। ਉਹ ਉਦੋਂ ਤੋਂ ਜਦੋਂ ਤੋਂ ਇਹ ਟੋਲ ਪਲਾਜ਼ਿਆਂ ਦਾ ਘਰਾਓ ਸ਼ੁਰੂ ਕੀਤਾ, ਭਾਵੇਂ ਸਾਰੇ ਤਾਂ ਫੇਰ ਵੀ ਨਹੀਂ ਰੋਕੇ ਜਾ ਸਕੇ ਪੰਜਾਬ ਦੇ ਵਿੱਚ, ਸਾਰੀਆਂ ਜਥੇਬੰਦੀਆਂ ਰਲ ਕੇ ਵੀ ਨਹੀਂ ਰੋਕ ਸਕੀਆਂ ਕਿਉਂਕਿ ਅਜੇ ਉਸ ਤਰ੍ਹਾਂ ਦਾ ਜਥੇਬੰਦਕ ਤਾਣਾ ਬਾਣਾ, ਉਸ ਤਰ੍ਹਾਂ ਦਾ ਆਧਾਰ ਸਾਰੇ ਇਲਾਕਿਆਂ 'ਚ ਹੈ ਨਹੀਂ। ਥੋੜ੍ਹੇ ਜਿਹੇ ਫੇਰ ਵੀ ਰਹਿ ਗਏ ਸੀ ਪਰ ਵੱਡਾ ਹਿੱਸਾ ਰੋਕ ਲਏ ਸੀ। ਹੁਣ ਜਦੋਂ ਆ ਅੰਦੋਲਨ ਦਾ ਫੈਸਲਾ ਹੋਇਆ ਉਦੋਂ ਬਾਕੀ ਸਾਰੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਤਾਂ ਇਸ ਕਰਕੇ ਛੱਡਤੇ ਵੀ ਹੁਣ ਕੇਂਦਰ ਸਰਕਾਰ ਨਾਲ ਫੈਸਲਾ ਹੋਊਗਾ, ਗਾਂਹ ਦੇਖਾਂਗੇ ਉਹ ਲਾਗੂ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ। ਪਰ ਟੋਲ ਪਲਾਜ਼ਿਆਂ ਵਾਲਿਆਂ ਨੇ ਰੇਟ ਵਧਾਤੇ, ਇਸ ਕਰਕੇ ਟੋਲ ਪਲਾਜ਼ਿਆਂ ਦੇ ਘਰਾਓ ਜਾਰੀ ਰੱਖਣ ਦਾ ਫੈਸਲਾ ਹੋਇਆ। ਕੁਝ ਥਾਵਾਂ 'ਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਛੱਡਤੇ, ਉਹ ਜਿਨ੍ਹਾਂ ਨੇ ਪੁਰਾਣੇ ਰੇਟ ਲਿਖ ਕੇ ਦਿੱਤਾ 1 ਅਪ੍ਰੈਲ 2020 ਵਾਲੇ ਰੇਟ, ਉਹੀ ਛੱਡੇ ਆ। ਜਿਹੜੇ ਵਧਿਆ ਹੋਇਆ ਰੇਟ ਲਾ ਰਹੇ ਆ ਉਹ ਅਜੇ ਵੀ ਘਰਾਓ ਚੱਲ ਰਹੇ ਆ ਤੇ ਉਹਨਾਂ ਚਿਰ ਚੱਲਣਗੇ ਜਿੰਨਾ ਚਿਰ ਉਹ ਪੁਰਾਣੇ ਰੇਟ ਲਾਗੂ ਨਹੀਂ ਕਰਦੇ। ਉਹਨਾਂ ਚਿਰ ਘਰਾਓ ਟੋਲ ਪਲਾਜ਼ਿਆਂ ਦੇ ਵਿਸ਼ੇਸ਼ ਤੌਰ 'ਤੇ ਚੱਲਦੇ ਹੀ ਰਹਿਣਗੇ। ਬਿਲਕੁਲ ਜੀ, ਇਹਦੇ ਉੱਤੇ ਵੀ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਇੱਕਮਤ ਹੋਣ ਦੀ ਲੋੜ ਆ। ਬੜਾ ਵੱਡਾ ਸੰਘਰਸ਼ ਆ। ਭਾਵੇਂ ਇਸ ਕਿਸਾਨ ਅੰਦੋਲਨ ਦੇ ਵਿੱਚ ਇਕੱਲੇ ਕਿਸਾਨ ਹੀ ਨਹੀਂ, ਬਹੁਤ ਸਾਰੇ ਹੋਰ ਵਰਗਾਂ ਨੇ ਵੀ ਆਪਣਾ ਜਿਹੜਾ ਬਣਦਾ ਰੋਲ ਨਿਭਾਇਆ ਹੋਇਆ ਵਾ। ਤੇ ਅਗਲੇ ਜਿਹੜੇ ਸੰਘਰਸ਼ ਆ ਉਹ ਵੀ ਤਾਂ ਹੀ ਜਿੱਤੇ ਜਾ ਸਕਦੇ ਆ ਜੇ ਸਾਰੇ ਹੀ ਇੱਕਮਤ ਹੋਣ, ਇੱਕ ਸੋਚ ਦੇ ਧਾਰਨੀ ਹੋਣ, ਪਤਾ ਹੋਵੇ ਵੀ ਆਪਾਂ ਆਹ ਕਰਨਾ ਤੇ ਕਿਸ ਤਰ੍ਹਾਂ ਜਿਹੜਾ ਅੱਗੇ ਜਿਹੜੇ ਕਦਮ ਨੇ ਪੁੱਟਣੇ ਨੇ। ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਹਮੇਸ਼ਾ ਹੀ ਅੰਦੋਲਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਕੋਈ ਨਾ ਕੋਈ ਅਜਿਹੀ ਗੱਲਬਾਤ ਕਰਦੀਆਂ ਨੇ ਜਿਹਦੇ ਨਾਲ ਜਿਹੜੀ ਏਕਤਾ ਵਾ ਭੰਗ ਹੋ ਜਾਵੇ। ਤੇ ਉਹਨਾਂ ਤੋਂ ਵੀ ਆਪਾਂ ਨੂੰ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਆ। ਤੇ ਕੋਕਰੀ ਸਾਹਿਬ ਜੀ, ਆਪਣਾ ਪ੍ਰੋਗਰਾਮ ਸਮਾਪਤੀ ਵੱਲ ਵਧ ਰਿਹਾ, ਤੁਸੀਂ ਅਖੀਰ ਦੇ ਵਿੱਚ ਕੋਈ ਵਿਸ਼ੇਸ਼ ਅਪੀਲ ਕਰਨੀ ਸੀ? ਜਿਹੜੀ ਤੁਸੀਂ ਪੁੱਛੀ ਸੀ, ਟੋਲ ਪਲਾਜ਼ੇ ਬਿਲਕੁਲ ਨਹੀਂ ਇਹ ਹੋਣਾ ਚਾਹੀਦਾ। ਟੋਲ ਟੈਕਸ ਹੈ ਜਿਹੜਾ, ਟੋਲ ਮੁਕਤ ਹੋਣੀਆਂ ਚਾਹੀਦੀਆਂ ਸੜਕਾਂ। ਸਾਡੀ ਜਥੇਬੰਦੀ ਦੀ ਤੇ ਹੋ ਸਕਦਾ ਸਾਰੀਆਂ ਦੀ ਹੋਈ, ਕਿਉਂਕਿ ਇਹਦੇ 'ਤੇ ਅਜੇ ਉਸ ਤਰ੍ਹਾਂ ਕੋਈ ਐ ਵਿਸ਼ੇਸ਼ ਏਜੰਡਾ ਬਣਾ ਕੇ ਐ ਨਹੀਂ ਡਿਸਕਸ ਹੋਇਆ। ਹੋ ਸਕਦਾ ਸਾਰੀਆਂ ਹੀ ਸਹਿਮਤ ਹੋਣ ਕਿਉਂਕਿ ਇਹ ਕਾਰਪੋਰੇਟਾਂ ਦਾ ਕਾਰੋਬਾਰ ਹੈ। ਸੜਕਾਂ ਕਾਰਪੋਰੇਟ ਕੰਪਨੀਆਂ ਨੂੰ ਸੰਭਾਲਤੀਆਂ ਸਰਕਾਰ ਨੇ, ਉਹਨਾਂ ਨੂੰ ਲੋਕਾਂ ਤੋਂ ਸਿੱਧੇ ਟੈਕਸ ਵਸੂਲਣ ਲਾਤਾ, ਟੋਲ ਟੈਕਸ ਵਸੂਲਣ ਲਾਤਾ। ਜਿਹੜੇ ਸਰਕਾਰ ਨੇ ਉਹਨਾਂ ਤੋਂ ਟੈਕਸ ਲੈਣੇ ਉਹ ਸਗੋਂ ਛੱਡਤੇ, ਜਿਹਦੇ ਕਰਕੇ ਖਜ਼ਾਨੇ ਖਾਲੀ ਦਾ ਬਹਾਨਾ ਬਣਾ ਰਹੀਆਂ ਸਰਕਾਰਾਂ। ਇਸ ਨੀਤੀ 'ਤੇ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਬਿਲਕੁਲ ਨਹੀਂ ਹੋਣੇ ਚਾਹੀਦੇ ਟੋਲ ਪਲਾਜ਼ੇ। ਕਾਰਪੋਰੇਟੀ ਲੁੱਟ ਹਰ ਕਿਸਮ ਦੀ, ਚਾਹੇ ਉਹ ਟੋਲ ਪਲਾਜ਼ਿਆਂ ਦੀ ਆ, ਚਾਹੇ ਸ਼ਾਪਿੰਗ ਮਾਲਾਂ ਦੀ ਆ, ਚਾਹੇ ਉਹ ਸੈਲੋ ਗੋਦਾਮਾਂ ਦੀ ਆ, ਚਾਹੇ ਉਹ ਹੋਰ ਜਿੰਨੀ ਵੀ ਕਾਰਪੋਰੇਟੀ ਲੁੱਟ ਹੈਗੀ ਹੈ, ਸਾਮਰਾਜੀ ਕੰਪਨੀਆਂ ਦੀ ਲੁੱਟ ਹੈਗੀ ਹੈ, ਇਹ ਉਹਦਾ ਹੀ ਅੰਗ ਹੈ। ਅਤੇ ਉਹਦੇ ਨਾਲ ਜੁੜ ਕੇ
ਜਦੋਂ ਮੈਂ ਜਿਹੜੀ ਗੱਲ ਕਰਕੇ ਹਟਿਆ ਵੀ ਐਡਾ ਵੱਡਾ ਏਕਾ ਬਣ ਗਿਆ ਕਿਸਾਨਾਂ ਦਾ ਵੀ, ਮਜ਼ਦੂਰਾਂ ਦਾ ਵੀ, ਖੇਤ ਮਜ਼ਦੂਰਾਂ ਦਾ ਵੀ ਤੇ ਛੋਟੇ ਕਾਰੋਬਾਰੀਆਂ ਦਾ ਵੀ, ਕੁੱਲ ਕਿਰਤੀ ਲੋਕਾਂ ਦਾ। ਜਦੋਂ ਉਹ ਕਾਰਪੋਰੇਟ ਕੰਪਨੀਆਂ ਦੇ ਸਮੁੱਚੇ ਕਾਰੋਬਾਰਾਂ ਨੂੰ WTO ਦੀਆਂ ਨੀਤੀਆਂ ਨੂੰ ਰੱਦ ਕਰਾਉਣ ਜੋਗੀ ਤਾਕਤ ਤੇ WTO ਦੇ ਵਿੱਚੋਂ ਭਾਰਤ ਸਰਕਾਰ ਨੂੰ ਬਾਹਰ ਕੱਢਣ ਦੀ ਤਾਕਤ ਇਹ ਬਣ ਗਈ, ਉਦੋਂ ਇਹ ਟੋਲ ਪਲਾਜ਼ੇ ਬੰਦ ਹੋ ਜਾਣਗੇ। ਕਰਨੇ ਚਾਹੀਦੇ ਆ, ਹੋਣੇ ਚਾਹੀਦੇ ਆ, ਬੰਦ ਕਰਨੇ ਚਾਹੀਦੇ ਆ, ਕਿਉਂਕਿ ਕਾਰਪੋਰੇਟਾਂ ਦਾ ਰਾਹ ਤੁਰਨ ਦਾ ਟੈਕਸ ਕਿਵੇਂ, ਇਹ ਤਾਂ ਉਹੀ ਜਜਗਾ ਹੋ ਗਿਆ ਜਿਹੜਾ ਔਰੰਗਜ਼ੇਬ ਨੇ ਲਾਗੂ ਕੀਤਾ ਸੀ ਵੀ ਜਿਹੜਾ ਸਾਡੇ ਰਾਹ ਤੇ ਜਾਊਗਾ ਉਹਦੇ ਕੋਲੋਂ ਜ਼ਬਰਦਸਤੀ ਵਸੂਲਾਂਗੇ ਉਹ ਟੈਕਸ। ਇਹ ਉਹੋ ਜਿਹਾ ਟੈਕਸ ਹੈ, ਜਜਗਾ ਵਸੂਲ ਰਹੇ ਆ ਜਿਹੜਾ ਸਰਾਸਰ ਨਜਾਇਜ਼ ਹੈ। ਇਹ ਸਾਰੇ ਦਾ ਸਾਰਾ ਖਤਮ ਕਰਾਉਣਾ ਇਹ ਅੰਤਮ ਨਿਸ਼ਾਨਾ ਹੈਗਾ WTO ਦੀਆਂ ਨੀਤੀਆਂ ਦੇ ਵਿਰੁੱਧ ਸੰਘਰਸ਼ ਦਾ, ਅੰਦੋਲਨ ਦਾ। ਇਹ ਅੰਤਮ ਨਿਸ਼ਾਨੇ 'ਚ ਹੈ। ਬਿਲਕੁਲ ਜੀ, ਵੈਸੇ ਤਾਂ ਬੜੀ ਹੈਰਾਨਗੀ ਦੀ ਗੱਲ ਆ, ਜਦੋਂ ਆਪਾਂ ਕੋਈ ਵੀ ਟਰਾਂਸਪੋਰਟ ਲੈਂਦੇ ਆ ਆਪਣੇ ਤੋਂ ਟੈਕਸ ਲਿਆ ਜਾਂਦਾ, ਰੋਡ ਟੈਕਸ ਲਿਆ ਜਾਂਦਾ, ਤੇ ਫਿਰ ਜਿਹੜਾ ਥਾਂ ਥਾਂ ਤੇ ਟੋਲ ਪਲਾਜ਼ੇ ਖੁੱਲ੍ਹੇ ਹੋਏ ਨੇ। ਤੇ ਵੈਸੇ ਵੀ ਪੰਜਾਬ ਦੀ ਧਰਤੀ ਤੇ ਜਿਹੜੀ ਅਜਿਹੀ ਲੁੱਟ ਸਰਕਾਰ ਨੇ ਕਿਉਂ ਹੁਣ ਦਿੱਤੀ ਹੈ, ਇਹ ਤਾਂ ਸਰਕਾਰਾਂ ਜਾਣਦੀਆਂ, ਪਰ ਇਹ ਲੁੱਟ ਨਹੀਂ ਹੋਣੀ ਚਾਹੀਦੀ। ਇਹਦੇ ਖਿਲਾਫ ਵੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਕਿਸਾਨ ਜਥੇਬੰਦੀਆਂ ਦਾ ਵੀ ਸਾਥ ਦੇਣਾ ਚਾਹੀਦਾ ਕਿ ਆਪਾਂ ਜਿਹੜੀ ਇਹ ਲੁੱਟ ਆ ਪਰਮਾਨੈਂਟ ਤੌਰ ਤੇ ਬੰਦ ਕਰਾ ਸਕੀਏ। ਇਹ ਲੁੱਟ ਤਾਂ ਹੀ ਬੰਦ ਹੋਣੀ ਆ ਜੇ ਇਹਨੂੰ ਬਹੁਤ ਜ਼ਿਆਦਾ ਵੱਡਾ ਹੰਗਾਰਾ ਮਿਲੇ। ਤੇ ਸੁਖਦੇਵ ਸਿੰਘ ਜੀ, ਹੋਰ ਕੋਈ ਗੱਲ ਵਿਸ਼ੇਸ਼, ਤੁਸੀਂ ਆਪਣਾ ਪ੍ਰੋਗਰਾਮ ਸਮਾਪਤੀ ਵੱਲ ਵੱਧ ਰਿਹਾ, ਕੋਈ ਜਿਹੜੇ ਸਾਡੇ ਦਰਸ਼ਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਦੇ ਨਾਲ ਕਰਨੀ ਚਾਹੁੰਦੇ ਹੋ? ਵਿਸ਼ੇਸ਼ ਤਾਂ ਇਹੀ ਆ, ਮੈਂ ਸਮੁੱਚੇ ਮਿਹਨਤਕਸ਼ ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਰਤੀ ਲੋਕਾਂ ਨੂੰ ਸੱਦਾ ਦੇਣਾ ਚਾਹੁੰਦਾ ਬਈ ਆਪੋ ਆਪਣੇ ਸੰਘਰਸ਼ ਤੇਜ਼ ਕਰੋ ਤੇ ਸਾਂਝੇ ਸੰਘਰਸ਼ਾਂ ਵੱਲ ਅੱਗੇ ਵਧੋ। ਸਾਡੀ ਜਥੇਬੰਦੀ ਨੇ ਇਹ ਦੋ ਟੁੱਕ ਫੈਸਲਾ ਕੀਤਾ ਹੋਇਆ ਵੀ ਜਿੰਨੇ ਵੀ ਮੁਲਾਜ਼ਮਾਂ ਦੇ, ਖੇਤ ਮਜ਼ਦੂਰਾਂ ਦੇ, ਠੇਕਾ ਕਾਮਿਆਂ ਦੇ, ਨੇਤਰਹੀਣਾਂ ਦੇ, ਹੋਰ ਜਿੰਨੇ ਵੀ ਅੱਡ ਅੱਡ ਵਰਗ ਹੈ ਸੰਘਰਸ਼ਸ਼ੀਲ ਹੈ, ਇਸ ਵੇਲੇ ਮੈਦਾਨ ਦੇ ਵਿੱਚ ਹੈ, ਪੰਜਾਬ ਦੇ ਵਿੱਚ ਥਾਂ ਥਾਂ ਬੈਠੇ ਆ, ਉਹ ਟੈਂਕੀਆਂ 'ਤੇ ਵੀ ਚੜ੍ਹੇ ਬੈਠੇ ਆ, ਸ਼ਹੀਦੀਆਂ ਵੀ ਪਾ ਗਏ ਇੱਕ ਦੋ ਵਿੱਚੋਂ। ਉਹਨਾਂ ਸਾਰਿਆਂ ਦੀ ਜ਼ੋਰਦਾਰ ਹਮਾਇਤ, ਡਟਵੀਂ ਹਮਾਇਤ ਕਰਨ ਦਾ ਫੈਸਲਾ ਆਪਦੇ ਘੋਲਾਂ ਨੂੰ ਗਾਂਹ ਵਧਾਉਂਦੇ ਹੋਏ ਜਥੇਬੰਦੀ ਵੱਲੋਂ ਹਾਸਲ ਹਾਲਤ ਮੁਤਾਬਕ ਜਿੰਨੀ ਵੀ ਹਮਾਇਤ ਕਿਸੇ ਵਰਗ ਦੀ ਕੀਤੀ ਜਾ ਸਕਦੀ ਆ, ਉਹ ਸਾਡਾ ਪੱਕਾ ਫੈਸਲਾ ਤੇ ਲਗਾਤਾਰ ਕਰ ਰਹੇ ਹਾਂ। ਤੇ ਹਰੇਕ ਵਰਗ ਇਹ ਆਸ ਕਰਦਾ ਹੈ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੀ ਹਮਾਇਤ ਮਿਲ ਜੇ ਤਾਂ ਕਿਆ ਬਾਤਾਂ। ਪਰ ਅਸੀਂ ਵੀ ਆਪਦੀ ਸਮਰੱਥਾ ਮੁਤਾਬਕ ਹੀ ਕਰ ਸਕਾਂਗੇ, ਕਰ ਰਹੇ ਹਾਂ ਲਗਾਤਾਰ। ਜਿਉਂ-ਜਿਉਂ ਸਮਰੱਥਾ ਵੱਧਦੀ ਜਾਊਗੀ ਤੇ ਖਾਸ ਕਰਕੇ ਇਕਜੁੱਟਤਾ ਸਾਰੇ ਕਿਰਤੀ ਵਰਗਾਂ ਦੀ ਵਧੂਗੀ, ਤਿਉਂ-ਤਿਉਂ ਇਹ ਘੋਲ ਹੋਰ ਮਜ਼ਬੂਤ ਹੋਣਗੇ, ਛੇਤੀ ਜਿੱਤੇ ਜਾਣਗੇ। ਬਿਲਕੁਲ ਜੀ, ਜਿੰਨੀ ਲੋਕਾਂ ਦੀ ਏਕਤਾ ਵਧੇਗੀ, ਜਿੰਨੀ ਅੰਦੋਲਨਾਂ ਨੂੰ ਹਮਾਇਤ ਵਧੂਗੀ, ਉਨੀ ਛੇਤੀ ਜਿਹੜੇ ਸੰਘਰਸ਼ ਆ ਜਿੱਤੇ ਜਾ ਸਕਦੇ। ਸੋ ਦਰਸ਼ਕੋ, ਇਹ ਸੀ ਗੱਲਬਾਤ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਨਾਲ, ਜਿਹੜੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਜਨਰਲ ਸਕੱਤਰ ਨੇ। ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ, ਕਿਉਂਕਿ ਜਿਹੜੀਆਂ ਵਿਚਾਰਾਂ ਹੁੰਦੀਆਂ ਉਹ ਬਹੁਤ ਜ਼ਰੂਰੀ ਆ ਤੇ ਅੱਗੇ ਕਿਹੋ ਜਿਹੇ ਜਿਹੜੇ ਫੈਸਲੇ ਲੈਣੇ, ਬਹੁਤ ਸਾਰੀਆਂ ਗੱਲਾਂ ਭਾਈ ਸਾਹਿਬ ਹੋਰਾਂ ਨੇ ਆਪਣੇ ਨਾਲ ਸਾਂਝੀਆਂ ਕੀਤੀਆਂ। ਸੋ ਮੈਨੂੰ ਦੇ ਇੱਥੇ ਆ ਗਿਆ, ਦੇਖਦੇ ਰਹੋ ਦੀ TV NRI। ਸਤਿ ਸ੍ਰੀ ਅਕਾਲ।